1500 ਪੌਂਡ ਜੁਰਮਾਨਾ ਕਰਾ ਲਿਆ। 5.5 ਲੱਖ ਰੁਪਈਆ ਪਾਕਿਸਤਾਨੀ ਬਣਦਾ। ਇੱਥੇ ਪੂਰਾ ਮਹੀਨਾ ਟਿਕਾ ਕੇ ਕੰਮ ਕਰੀਏ ਤਾਂ ਵੀ ਬੜੀ ਮੁਸ਼ਕਲ ਨਾਲ 1500 ਪੌਂਡ ਬੰਦਾ ਕੱਢ ਸਕਦਾ, ਲੇਕਿਨ ਨੌਜਵਾਨ ਦੀ ਛੋਟੀ ਜੀ ਬੇਵਕੂਫੀ ਦੀ ਵਜ੍ਹਾ ਨਾਲ ਉਹਨੇ ਇਤਨਾ ਜੁਰਮਾਨਾ ਕਰਾ ਲਿਆ। ਪਾਕਿਸਤਾਨ ਬੜਾ ਗਰੀਬ ਹੁੰਦਾ। 4 ਉਹਨੇ ਖੋਤੀਆਂ ਰੱਖੀਆਂ ਸੀ, ਉਹਨਾਂ ਤੇ ਇੱਟਾਂ ਢੋਂਦਾ ਰਹਿੰਦਾ ਸੀ ਤੇ ਰਿਸ਼ਤੇਦਾਰ ਇੱਥੇ ਇੰਗਲੈਂਡ ਹੁੰਦੇ ਸੀ। ਉਹਨਾਂ ਸੋਚਿਆ ਕਿ ਚਲੋ ਆਪਣੀ ਕੁੜੀ ਦੀ ਸ਼ਾਦੀ ਇਹਦੇ ਨਾਲ ਕਰ ਦਿੰਦੇ, ਇੱਥੇ ਬਾਹਰ ਆਵੇਗਾ ਤੇ ਆਪਣੇ ਘਰ ਦੇ ਹਾਲਾਤ ਜਿਹੜੇ ਨੇ ਉਹ ਸੈੱਟ ਕਰ ਲੇਗਾ। ਮੁੰਡਾ ਮਿਹਨਤੀ ਲੱਗਦਾ ਹੈ। ਉਹਨਾਂ ਆਪਣੀ ਕੁੜੀ ਦੀ ਸ਼ਾਦੀ ਜਿਸਲੇ ਉਹਦੇ ਨਾਲ ਕੀਤੀ, ਇੱਥੇ ਇੰਗਲੈਂਡ ਪਹੁੰਚਿਆ, ਉਹਨਾਂ ਲਾਦਾ ਮਕਾਨ ਲੈ ਕੇ ਦਿੱਤਾ, ਲਾਇਸੈਂਸ ਵਾਸਤੇ ਪੈਸੇ ਦਿੱਤੇ, ਲਾਇਸੈਂਸ ਵੀ ਕਰ ਲਿਆ, ਕੋਈ ਮਿਹਨਤ ਵੀ ਠੀਕ ਕਰਨ ਲੱਗ ਪਿਆ। ਲੇਕਿਨ ਉਹਦੇ 'ਚ ਇੱਕ ਵੱਡੀ ਬਿਮਾਰੀ ਸੀ ਕਿ ਉਹ ਪਾਕਿਸਤਾਨ ਜਿਹੜਾ ਕੁੱਤੇ ਕਲਵਾਉਂਦਾ ਰਹਿੰਦਾ ਸੀ। ਹਰ ਵਕਤ ਘਰ ਜਿਹੜਾ ਟੀਵੀ ਲਾ ਕੇ ਕੁੱਤਿਆਂ ਦੇ ਕੋਲ ਹੀ ਤੱਕਦਾ ਰਹਿੰਦਾ ਸੀ। ਬੀਵੀ ਬੜੀ ਤੰਗ ਗਈ ਕਿ ਤੁਸੀਂ ਕੀ ਹਰ ਵਕਤ ਤੱਕਦੇ ਰਹਿੰਦੇ ਹੋ, ਕੁੱਤਿਆਂ ਨੂੰ ਛੱਡੋ ਪਰਾਂ, ਇਹਨਾਂ ਨੂੰ ਕੋਈ ਹੋਰ ਚੀਜ਼ ਹੁਣ ਇੱਥੇ ਇੰਗਲੈਂਡ 'ਚ ਤੱਕਿਆ ਕਰੋ। ਲੇਕਿਨ ਉਹ ਕਹਿੰਦਾ ਕਿ ਮੈਨੂੰ ਸ਼ੌਕ ਹੈ। ਉਹ ਕਰਦਿਆਂ ਕਰਾਇਆ ਬੀਵੀ ਨਾਲ ਕਾਫੀ ਫਰੀ ਹੋ ਗਿਆ ਸੀ। ਇੱਕ ਦਿਨ ਬੀਵੀ ਨੂੰ ਆਖਦਾ ਹੈ ਕਿ ਮੈਂ ਘਰ ਕੁੱਤਾ ਰੱਖਣਾ। ਉਹਨੇ ਆਖਿਆ ਘਰ ਅਸੀਂ ਕੁੱਤਾ ਨਹੀਂ ਰੱਖਣਾ, ਕੁੱਤੇ ਨੂੰ ਅਸੀਂ ਕਿੱਥੋਂ ਸੰਭਾਲਦੇ ਫਿਰੀਏ, ਇਹ ਆਪਣਾ ਸ਼ੌਕ ਪਾਕਿਸਤਾਨ ਹੀ ਰਹਿੰਦੇ, ਉੱਥੇ ਪਾਕਿਸਤਾਨ ਕਿਸੇ ਨੂੰ ਲੈ ਕੇ ਦਿਓ, ਜਿਸ ਵੇਲੇ ਛੁੱਟੀ ਜਾਓ ਕਰੋਗੇ ਤੇ ਉੱਥੇ ਜਾ ਕੇ ਕੁੱਤੇ ਦਾ ਸ਼ੌਕ ਪੂਰਾ ਕਰ ਲਿਓ। ਉਹਨੇ ਆਖਿਆ ਨਹੀਂ, ਮੈਂ ਇੱਥੇ ਆਪਣੇ ਕੋਲ ਰੱਖਣਾ ਚਾਹਨਾ ਤੇ ਤੈਨੂੰ ਮੈਂ ਬਿਲਕੁਲ ਤੰਗ ਨਹੀਂ ਕਰਨ ਲੱਗਾ। ਉਹਨੇ ਬੀਵੀ ਨੂੰ ਮਨਾ ਲਿਆ। ਆਗੂ ਸੋਹਰਾ ਜਿਹੜਾ ਬੜਾ ਨਮਾਜ਼ੀ ਤੇ ਪਰਹੇਜ਼ਗਾਰ ਸੀ, ਉਹਨੂੰ ਇਹ ਕੋਈ ਨਹੀਂ ਸੀ ਪਤਾ। ਤੇ ਇਹ ਨੌਜਵਾਨ ਜਿਸ ਵੇਲੇ ਬੀਵੀ ਰਾਜ਼ੀ ਹੋ ਗਈ, ਕੁੱਤਾ ਲੈਣ ਵਾਸਤੇ ਟੁਰ ਗਿਆ। ਜਾ ਕੇ ਪੈਸੇ ਲਾ ਕੇ ਤੇ ਕੁੱਤਾ ਘਰ ਲੈ ਕੇ ਆ। ਉਹਦੇ ਵਾਸਤੇ ਕੋਠਾ ਛੋਟਾ ਵੀ ਉਹਨੇ ਬਣਵਾਇਆ, ਲਾਦਾ। ਬੀਵੀ ਜਿਹੜੀ ਉਹ ਕਹਿੰਦੀ ਹੈ ਮੈਂ ਤੇ ਕੁੱਤੇ ਦਾ ਕੋਈ ਖਿਆਲ ਨਹੀਂ ਰੱਖਣਾ, ਤੁਸੀਂ ਜਾਣੋ ਤੇ ਕੁੱਤਾ ਜਾਣੇ। ਹੁੰਦਾ ਤੂੰ ਟੈਨਸ਼ਨ ਨਾ ਲੈ, ਮੈਂ ਜਾਣਾ ਤੇ ਕੁੱਤਾ ਜਾਣੇ। ਉਹ ਜਨਾਬ ਐਸੇ ਤਰ੍ਹਾਂ ਕਰਦਾ, ਸਵੇਰ ਵੀ ਆ ਕੇ ਉਹਨੂੰ ਦੁੱਧ ਪਾਉਂਦਾ ਸੀ, ਉਹਨੂੰ ਰੋਟੀ ਪਾਉਂਦਾ, ਬੜੀ ਉਹਦੀ ਖਿਦਮਤ ਕਰਦਾ। ਜਿਹੜੀਆਂ ਬਾਹਰ ਖੁਰਾਕਾਂ ਲੱਭਦੀਆਂ ਨੇ ਉਹ ਵੀ ਕੁੱਤੇ ਨੂੰ ਪਿਆ ਪਾਉਂਦਾ ਸੀ। ਉਹ ਕਰਦਿਆਂ ਕਰਿਆ ਆਸਤਾ ਆਸਤਾ ਉਹਨੇ ਕੁੱਤੇ ਨੂੰ ਜਿਹੜਾ ਆਪਣੇ ਘਰ ਅੰਦਰ ਖੜਨਾ ਸ਼ੁਰੂ ਕਰਦਾ। ਬੀਵੀ ਕਹਿੰਦੀ ਹੈ ਇਹਨੂੰ ਬਾਹਰ ਰਹਿਣ ਦਿਆ ਕਰ, ਅੰਦਰ ਨਾ ਲੈ ਆਵਿਆ ਕਰ। ਉਹਨਾਂ ਕਹਿੰਦਾ ਨਹੀਂ, ਇਹ ਜਿਹੜਾ ਹੁਣ ਆਦੀ ਹੋ ਗਿਆ, ਹੁਣ ਆਸਤਾ ਆਸਤਾ ਤੈਨੂੰ ਤੰਗ ਨਹੀਂ ਕਰੇਗਾ। ਸਹੁਰੇ ਨੂੰ ਪਤਾ ਲੱਗਾ ਤੇ ਉਹ ਕਹਿੰਦਾ ਕਿਹੜੀ ਬੇਵਕੂਫੀ ਤੂੰ ਕੀਤੀ ਹੈ, ਘਰ ਤੂੰ ਕੁੱਤਾ ਲਿਆ ਕੇ ਰੱਖ ਲਿਆ ਤੇ ਸੋਫਿਆਂ ਦੇ ਉੱਤੇ ਬਹਿੰਦਾ ਰਹਿੰਦਾ ਹੈ, ਕੋਈ ਕੰਮ ਚੰਗਾ ਤੇ ਨਹੀਂ ਹੈ। ਉਹਨੇ ਆਖਿਆ ਨਹੀਂ ਅੰਕਲ ਜੀ ਤੁਸੀਂ ਪਰੇਸ਼ਾਨ ਨਾ ਹੋ, ਤੁਹਾਡੇ ਵਾਸਤੇ ਮੈਂ ਲਾਦਾ ਸੋਫਾ ਜਾਂ ਕੁਰਸੀ ਰੱਖਾਂ ਕਰਾਂ। ਉਹਨੇ ਆਖਿਆ ਗੱਲ ਸੁਣ, ਮੈਂ ਤੁਹਾਡੇ ਘਰ ਆਉਣਾ ਕਰਨਾ ਹੈ, ਇਸ ਤਰ੍ਹਾਂ ਆ ਕੇ ਮੇਰੇ ਕੱਪੜੇ ਖਰਾਬ ਹੋ ਜਾਣ ਕਰਨਗੇ, ਇਸ ਵਾਸਤੇ ਤੂੰ ਕੁੱਤੇ ਨੂੰ ਬਾਹਰ ਰੱਖਿਆ ਕਰ, ਇਹ ਕੰਮ ਠੀਕ। ਕਹਿੰਦੀ ਹੈ ਕੁੜੀ ਅੱਗੋਂ ਅੱਬਾ ਜੀ ਮੈਂ ਵੀ ਇਹਨਾਂ ਨੂੰ ਆਖਿਆ ਲੇਕਿਨ ਮੇਰੀ ਗੱਲ ਸੁਣ ਕੇ ਰਾਜ਼ੀ ਨਹੀਂ। ਇੱਕ ਦਿਨ ਇੰਝ ਹੋਇਆ ਕਿ ਕੁੜੀ ਨੇ ਆਪਣੇ ਘਰਦਿਆਂ ਨਾਲ ਜਿਹੜਾ ਕਿ 3 ਦਿਨ ਵਾਸਤੇ ਜਾਣਾ ਸੀ ਤੇ ਨੌਜਵਾਨ ਜਿਹੜਾ ਉਹ ਵੀ ਲਾਜ਼ਮੀ ਗੱਲ ਹੈ ਇਹਨਾਂ ਦੇ ਮਗਰ ਜਾਣੇ ਸੀ। ਉੱਥੇ ਉਹਨੇ ਆਖਿਆ ਕਿ ਮੈਂ ਚਲੋ ਤੁਸੀਂ ਜਾਓ ਤੇ ਮੈਂ ਆ ਜਾਵਾਂਗਾ ਉੱਥੇ ਸ਼ਾਦੀ ਤੇ। ਅੱਗੂ ਕੰਮ ਤੇ ਵੀ ਜ਼ਾਹਿਰੀ ਗੱਲ ਹੈ ਜਾਂਦਾ ਸੀ, ਅੱਗੂ ਨੇ ਮਗਰੂ ਜਾਣਾ ਸੀ ਤੇ ਇਹਨੇ ਸੋਚਿਆ ਕਿ ਮੈਂ ਕੁੱਤਾ ਕਿਹਦੇ ਹਵਾਲੇ ਕਰਕੇ ਜਾਂ ਇੱਥੇ 3 ਦਿਹਾੜੇ ਜਿਹੜਾ ਘਰ ਵੱਜਿਆ ਰਹੇਗਾ, ਇਹ ਤੇ ਭੁੱਖ ਨਾਲ ਮਰ ਜਾਏਗਾ, ਇਹਦਾ ਮੈਂ ਹੁਣ ਕੀ ਕਰਾਂ। ਉਹ ਢੇਰ ਬੰਦਿਆਂ ਕੋਲ ਅੱਗੂ ਪਿੱਛੂ ਪੁੱਛਿਆ ਨਾ ਕਿ ਯਾਰ ਅਸੀਂ ਤੇ ਤੇਰੇ ਕੁੱਤੇ ਦਾ ਕੁਝ ਵੀ ਨਹੀਂ ਕਰ ਸਕਦੇ, ਤੂੰ ਕੋਈ ਬੰਦੋਬਸਤ ਇਹਦਾ ਕਰ ਲੈ। ਫਿਰ ਇਹਨੇ ਸੋਚਿਆ ਕਿ ਮੈਂ ਕੁੱਤੇ ਨੂੰ ਜਿਹੜਾ ਨਾ ਆਪਣੇ ਨਾਲ ਲੈ ਜਾਣਾ। ਜ਼ਾਹਿਰੀ ਗੱਲ ਹੈ ਅਸੀਂ ਦੇਸੀ ਬੰਦੇ, ਅਸੀਂ ਗੋਰਿਆਂ ਤੇ ਰਹਿ ਨਹੀਂ ਸਕਦੇ। ਬੇਸ਼ੱਕ ਇੱਥੇ ਅਸੀਂ ਯੂਰਪ 'ਚ ਕੁੱਤੇ ਰੱਖ ਵੀ ਲਵੀਏ ਜਾਂ ਬਾਹਰ ਦੇ ਮੁਲਕਾਂ 'ਚ, ਉਹਨਾਂ ਪਤਾ ਗੋਰਿਆਂ ਨੇ ਪਿੱਛੇ ਪਿੰਜਰੇ ਬਣਾਏ ਹੁੰਦੇ ਨੇ, ਉਹਨਾਂ 'ਚ ਜਿਹੜਾ ਕੁੱਤੇ ਆਪਣੇ ਡੱਕੇ ਹੁੰਦੇ ਨੇ, ਡਿੱਗੀ 'ਚ ਉਹ ਪਏ ਹੁੰਦੇ ਨੇ। ਲੇਕਿਨ ਇਹਨੇ ਆਖਿਆ ਕਿ ਮੈਂ ਕੁੱਤਾ ਨਾਲ ਹੀ ਲੈ ਜਾਣਾ ਤੇ ਉੱਥੇ ਗੱਡੀ 'ਚ ਪਿਆ ਰਹੇਗਾ ਤੇ ਮੈਂ ਜਿਹੜਾ ਤੂੰ 3 ਦਿਹਾੜੇ ਭੁਗਤਾ ਕੇ ਤੇ ਵਾਪਸ ਲੈ ਆਵਾਂਗਾ। ਖੈਰ ਇੰਝ ਹੀ ਹੋਇਆ। ਇਹਨੇ ਜਨਾਬ ਕੁੱਤਾ ਲਿਆ ਨਾਲ, ਪਹਿਲਾਂ ਤੇ ਕੋਸ਼ਿਸ਼ ਕੀਤੀ, ਪਿੱਛੇ ਡਿੱਗੀ 'ਚ ਕੁੱਤੇ ਨੇ ਭੌਂਕਣਾ ਸ਼ੁਰੂ ਕਰਤਾ। ਇਹ ਤੰਗ ਹੋ ਗਿਆ। ਇਹਨੇ ਇੰਝ ਕੀਤਾ, ਕੁੱਤਾ ਲਿਆ ਕੇ ਫਰੰਟ ਸੀਟ ਤੇ ਨਾਲ ਇੱਥੇ ਬਿਠਾ ਦਿੱਤਾ। ਅੱਗੂ ਜਾਣਾ ਵੀ ਹਾਈਵੇ ਤੇ ਸੀ। ਜਿਸਲੇ ਹਾਈਵੇ ਤੇ ਚੜਿਆ ਤੇ ਪੁਲਿਸ ਜਿਹੜੀ ਉਹ ਮਗਰੂ ਆ ਗਈ। ਉਹਨਾਂ ਜਾ ਹੂਟਰ ਲਾਇਆ, ਹੂਟਰ ਲਾ ਕੇ ਇਹਨੂੰ ਕਹਿੰਦੇ ਗੱਡੀ ਜ਼ਰਾ ਸਾਈਡੇ ਲਾ ਹਾਂ। ਉਹਨੇ ਜਿਸਲੇ ਸਾਈਡੇ ਲਾਈ, ਲਾਇਸੈਂਸ ਲੈ ਕੇ ਉਹਨਾਂ ਆਖਿਆ ਗੱਲ ਸੁਣ, ਇਹ ਤੂੰ ਜਿਹੜੀ ਬੇਵਕੂਫੀ ਕੀਤੀ ਹੈ ਤੈਨੂੰ ਪਤਾ ਤੂੰ ਨਹੀਂ ਕਰ ਸਕਦਾ। ਉਹਨੇ ਆਖਿਆ ਕਿਉਂ ਨਹੀਂ ਕਰ ਸਕਦਾ, ਇਹਨੂੰ ਮੈਂ ਸੀਟ ਬੈਲਟ ਪਵਾਇਆ। ਉਹਨੇ ਆਖਿਆ ਸੀਟ ਬੈਲਟ ਤੂੰ ਕੋਈ ਨਹੀਂ ਪਵਾਇਆ ਇਹਨੂੰ, ਨਾਲੇ ਕੁੱਤਾ ਜਿਹੜਾ ਉਹ ਅੱਗੇ ਬਹਿ ਨਹੀਂ ਸਕਦਾ, ਇਹਦੇ ਵਾਸਤੇ ਸਪੈਸ਼ਲ ਪਿੰਜਰਾ ਹੋਣਾ ਚਾਹੀਦਾ ਤੇ ਉਹਦੇ 'ਚ ਕੁੱਤਾ ਹੋਣਾ ਚਾਹੀਦਾ। ਉਹ ਕਹਿੰਦਾ ਜੀ ਮੈਂ ਸੌਰੀ, ਮੈਂ ਮਾਜ਼ਰਤ ਚਾਹਨਾ। ਉਹਨੇ ਆਖਿਆ ਮਾਜ਼ਰਤ ਨਹੀਂ, ਤੈਨੂੰ ਜੁਰਮਾਨਾ ਹੋਵੇਗਾ। ਉਹਨੇ ਆਖਿਆ ਜੁਰਮਾਨਾ ਨਾ ਕਰੋ ਸਰ, ਸੌਰੀ। ਉਹਨੇ ਆਖਿਆ ਨਾ ਚੋਰੀ ਵਾਲੀ ਗੱਲ ਕੋਈ ਨਹੀਂ। ਉਹਨਾਂ ਜਨਾਬ ਐਡਾ ਫਰਲਾ ਫੜਾਇਆ, ਉਹਦੇ ਤੇ 1500 ਪੌਂਡ ਜੁਰਮਾਨਾ ਲਿਖ ਦਿੱਤਾ। ਜਿਸ ਵੇਲੇ 1500 ਪੌਂਡ ਜੁਰਮਾਨਾ ਫੜਿਆ ਤੇ ਭਾਈਰਾਂ ਦੇ ਹੱਥ ਕੰਮਣ ਲੱਗ ਪਏ, ਇਹ ਤੇ ਮੈਨੂੰ 1500 ਪੌਂਡ ਜੁਰਮਾਨਾ ਹੋ ਗਿਆ। ਖੈਰ ਕਰਦਿਆਂ ਕਰਿਆ ਚੁੱਪ ਕਰਕੇ ਹੋਰ ਕਰ ਵੀ ਕਹਿ ਸਕਦਾ ਸੀ। ਗੱਡੀ ਲੈ ਕੇ ਟੁਰ ਗਿਆ। ਜਿਸ ਵੇਲੇ ਸਾਹਬਰਿਆਂ ਕੋਲ ਉੱਥੇ ਪਹੁੰਚਿਆ, ਉਹਨਾਂ ਤੱਕਿਆ ਇਹ ਤੇ ਕੁੱਤਾ ਵੀ ਨਾਲ ਲੈ ਕੇ ਆਏ। ਉਹਨਾਂ ਆਖਿਆ ਪੁੱਤਰ ਇਹ ਕਿਹੜਾ ਕੰਮ ਕੀਤੀ, ਉੱਥੇ ਕਿਸੇ ਨੂੰ ਦੇ ਆਉਣਾ ਸੀ, ਇਹ ਕੋਈ ਬੰਦਾ ਨਹੀਂ ਲੱਭਾ, ਇਸ ਵਾਸਤੇ ਮੈਂ ਕੁੱਤੇ ਨੂੰ ਨਾਲ ਲੈਂਦਾ। ਉਹ ਬੜੇ ਵਿੱਚੋਂ ਪਰੇਸ਼ਾਨ ਹੋਏ, ਇਹ ਕਿਹੜੇ ਕੰਮ ਪਿਆ ਕਰਦਾ ਹੈ। ਉਹਨਾਂ ਗੱਡੀ 'ਚ ਨਾਲ ਬੀਵੀ ਨੇ ਬਹਿ ਕੇ ਜਾਣਾ ਸੀ। ਜਿਸ ਵੇਲੇ ਵਾਪਸ ਜਾਣਾ, ਬੀਵੀ ਨੇ ਆਖਿਆ ਗੱਲ ਸੁਣੋ, ਮੈਂ ਆਪਣੇ ਅੰਮੀ ਅੱਬੂ ਨਾਲ ਆ ਜਾਵਾਂਗੀ, ਤੁਸੀਂ ਆਪਣੀ ਗੱਡੀ ਲੈ ਕੇ ਆ ਜਾਓ। ਉਹ ਜਨਾਬ ਪਹਿਲਾਂ ਤੇ ਉਹਨੇ ਜਣੇ ਨੇ ਆਖਿਆ ਤੂੰ ਮੇਰੇ ਨਾਲ ਬਹਿ। ਉਹਨੇ ਆਖਿਆ ਨਹੀਂ ਮੈਂ ਤੇਰੇ ਨਾਲ ਨਹੀਂ ਬਹਿਣਾ, ਤੁਸੀਂ ਆਪਣਾ ਕੁੱਤਾ ਲੈ ਕੇ ਤੇ ਤੁਸੀਂ ਆ ਜਾਓ।
ਉਹ ਜਨਾਬ ਆਪਣਾ ਕੁੱਤਾ ਉਹਨੇ ਡਿੱਗੀ 'ਚ ਪਾਇਆ, ਉਹਨੂੰ ਪਤਾ ਸੀ ਫਿਰ ਮੈਂ ਵਾਪਸ ਲੈ ਕੇ ਗਿਆ ਤੇ 1500 ਪੌਂਡ ਜਿਹੜਾ ਫਿਰ ਨਾ ਜੁਰਮਾਨਾ ਹੋ ਜੇ। ਉਹ ਜਿਸ ਤਰ੍ਹਾਂ ਵੀ ਹੈ ਕੁੱਤੇ ਨੂੰ ਇਹਨੇ ਡਿੱਗੀ 'ਚ ਡੱਕੀ ਰੱਖਿਆ। ਉਸ ਤੋਂ ਬਾਅਦ ਜਿਸਲੇ ਘਰ ਪਹੁੰਚਿਆ ਤੇ ਬੀਵੀ ਨੂੰ ਦੱਸਿਆ ਕੋਨਾ ਕਿ ਮੈਨੂੰ 1500 ਪੌਂਡ ਜੁਰਮਾਨਾ ਹੋਇਆ, ਕਿਉਂਕਿ ਹੈ ਵੀ ਅਨਪੜ੍ਹ ਸੀ। ਬੀਵੀ ਨੂੰ ਦੱਸਿਆ ਬੁੱਝਿਆ ਕੋਨ, ਉਸ ਤੇ ਅਗੂ ਪੇ ਵੀ ਕਰਨਾ ਸੀ। ਉਹ ਅਗੂ ਕਿਸੇ ਮੁੰਡੇ ਕੋਲੋਂ ਪੁੱਛੀ ਉਸ, ਉਹਨੇ ਆਖਿਆ ਯਾਰ ਇੱਧਰ ਆ ਮੈਂ ਤੈਨੂੰ ਦੱਸਣਾ ਕਿ ਕਿਸ ਤਰ੍ਹਾਂ ਪੇ ਕਰਨੇ ਨੇ ਪੈਸੇ। ਉਹ ਜਿਉਂ ਹੀ ਤਨਖਾਹ ਆਈ ਤੇ ਉਹਨੇ ਜਨਾਬ ਇੰਜ ਕੀਤਾ 1500 ਪੌਂਡ ਜਿਹੜਾ ਉਹ ਜੁਰਮਾਨਾ ਜਿਹੜਾ ਉਹ ਪੇ ਕਰ ਦਿੱਤਾ ਤਾਂ ਕਿ ਬੀਵੀ ਨੂੰ ਪਤਾ ਨਾ ਲੱਗੇ। ਜ਼ਾਹਿਰ ਗੱਲ ਆ ਬੀਵੀ ਅੱਗੇ ਵੀ ਦਾ ਕਾਰਡ ਇਸਤੇਮਾਲ ਕਰਦੀ ਸੀ। ਉਹਨੇ ਜਿਉਂ ਹੀ ਇਹਦਾ ਅਕਾਊਂਟ ਖੋਲਿਆ ਤੇ ਦੇਖਿਆ ਇਹਦੇ 'ਚ 1500 ਪੌਂਡ ਜਿਹੜਾ ਨਾ ਉਹ ਨਿਕਲੇ ਅਸੀਂ, ਉਹ ਕਿਹੜੇ ਪੇ ਹੋਏ ਅਸੀਂ। ਉਹਨੇ ਪੁੱਛਿਆ 1500 ਪੌਂਡ ਕਿੱਥੇ ਪੇ ਕੀਤਾ? ਉਹ ਕਹਿੰਦਾ ਨਹੀਂ ਮੈਂ ਪੇ ਕਰਨਾ ਸੀ, ਇਸ ਤਰ੍ਹਾਂ ਕੋਈ ਮੇਰੇ ਟੈਕਸ ਵਾਲੇ ਸੀ। ਉਹਨਾਂ ਕਿਹਾ ਟੈਕਸ ਵਾਲੇ ਨਹੀਂ, ਤੁਸੀਂ ਦੱਸੋ ਇਹ ਕਿੱਥੇ ਪੇ ਕੀਤਾ, ਮੈਨੂੰ ਦੱਸੋ ਕਿਹੜਾ ਲੈਟਰ ਆਇਆ ਸੀ। ਉਹ ਅੱਗੋਂ ਇਹ ਗੱਲ ਜਿਹੜੀ ਆ ਦੱਸਣ ਨੂੰ ਤਿਆਰ ਨਹੀਂ ਸੀ। ਉਹਨੇ ਰਫਾ ਦਫਾ ਕਰ ਦਿੱਤੀ। ਬੀਵੀ ਨੇ ਉਹ ਸਾਰੀ ਡਿਟੇਲ ਕੱਢ ਲਈ। ਉਹਨੇ ਕਾਲ ਮਾਰ ਕੇ ਜਿਸਲੇ ਪੁੱਛਿਆ ਕਿ ਤੁਸੀਂ 1500 ਜਿਹੜਾ ਪੌਂਡ ਹੈ ਇਹ ਕਿਸ ਚੀਜ਼ ਦਾ ਤੁਸੀਂ ਕਟਿਆ, ਉਹਨਾਂ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਇਹਨੂੰ ਫਾਈਨ ਹੋਇਆ ਐਸੇ ਹਾਈਵੇ ਤੇ ਆਪਣੇ ਕੁੱਤੇ ਨੂੰ ਨਾਲ ਲੈ ਕੇ ਜਾ ਰਿਹਾ ਸੀ। ਕੁੜੀ ਨੂੰ ਬੜਾ ਗੁੱਸਾ ਆਇਆ। ਉਹਨੇ ਆਪਣੇ ਅੰਮਾ ਨੂੰ ਤੇ ਅੱਬੇ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਇਹਨੂੰ 1500 ਪੌਂਡ ਜੁਰਮਾਨਾ ਹੋਇਆ ਤੇ ਇਹ ਕੰਮ ਕੀਤਾ। ਉਹਨੇ ਆਖਿਆ ਪੁੱਤਰ ਇਹ ਤੇ ਕੰਮ ਚੰਗਾ ਨਹੀਂ ਹੈ, ਇਹਨੇ ਗਲਤ ਕੀਤਾ ਤੇ ਤੂੰ ਇਹਨੂੰ ਜਿਹੜਾ ਚੰਗੀ ਤਰ੍ਹਾਂ ਖਿੱਚ ਆਉਂਦਾ। ਤੇ ਉਹ ਜਿਸਲੇ ਘਰ ਆਇਆ ਬੀਵੀ ਜਿਹੜਾ ਉਹਦੇ ਮਗਰ ਹੋ ਗਈ, 2-4 ਨੂੰ ਚੰਡਾ ਵੀ ਲਾ ਗਈ। ਨੌਜਵਾਨ ਜਿਹੜਾ ਗੁੱਸੇ 'ਚ ਆ ਗਿਆ ਕਿ ਬੀਵੀ ਹੁਣ ਮੈਨੂੰ ਮਾਰੇਗੀ। ਉਹਨੇ ਜਨਾਬ ਇੰਜ ਕੀਤਾ ਕਿ ਆਪਣੇ ਯਾਰ ਨਾਲ ਰਾਬਤਾ ਕੀਤਾ ਇੱਥੇ ਯੂਰਪ, ਯਾਰ ਮੈਂ ਯੂਰਪ ਆਉਣਾ ਚਾਹਨਾ। ਉਹਨੇ ਆਖਿਆ ਬਿਲਕੁਲ ਤੂੰ ਜਿਹੜਾ ਕੋਸ਼ਿਸ਼ ਕਰ ਤੇ ਮੈਂ ਤੈਨੂੰ ਅੱਗੂ ਲੈ ਲਾਂਗਾ। ਉਹਨੇ ਜਨਾਬ ਕਿਸੇ ਏਜੰਟ ਨਾਲ ਗੱਲ ਕੀਤੀ। ਉਹਨੇ ਅਬਾਈਏਰ ਤੇ ਜਾ ਨਹੀਂ ਸੀ ਸਕਦਾ ਕਿਉਂਕਿ ਵੀਜ਼ਾ ਲੈਣਾ ਸੀ ਯੂਰਪ ਦਾ ਤੇ ਫੇਰ ਹੀ ਜਾ ਸਕਦਾ ਸੀ। ਉਹਨੇ ਆਖਿਆ ਠੀਕ ਹੈ ਯਾਰ ਤੈਨੂੰ ਟਰਾਲੇ ਤੇ ਅਸੀਂ ਜਿਹੜਾ ਨਾ ਫਰਾਂਸ ਪਹੁੰਚਾ ਦਿਆਂਗੇ। ਉਹ ਜਨਾਬ ਇੰਜ ਹੋਇਆ ਕਿ ਟਰਾਲੇ 'ਚ ਬੈਠਾ ਤੇ ਅੱਗੂ ਬਾਰਡਰ ਤੇ ਜਾ ਕੇ ਚੈੱਕ ਹੋ ਗਿਆ। ਜੋ ਹੀ ਚੈੱਕ ਹੋਇਆ ਉਹਨਾਂ ਪਕੜ ਲਿਆ। ਅੱਗੂ ਜਿਸਲੇ ਫੋਨ ਕਰਕੇ ਉਹਨਾਂ ਇਤਲਾਹ ਕੀਤੀ ਉਹਦੀ ਬੀਵੀ ਨੂੰ ਕਿ ਇਸ ਤਰ੍ਹਾਂ ਇਹ ਪਕੜਨ ਗਏ ਆ ਤੇ ਇਹ ਚੱਲਾ ਸੀ ਇਸ ਤਰ੍ਹਾਂ ਟਰੱਕ ਵਿੱਚ ਜਿਹੜਾ ਇਹ ਯੂਰਪ। ਉਹਨੂੰ ਜਿਸਲੇ ਪਤਾ ਲੱਗਾ ਉਹਨੂੰ ਸਮਝ ਆ ਗਈ ਸਾਰੀ ਗੱਲ ਦੀ, ਸਹੁਰੇ ਨੂੰ ਵੀ ਆ ਗਈ ਕਿ ਇੱਥੋਂ ਨਸਦਾ ਪਿਆ ਤੇ ਮੇਰੀ ਕੁੜੀ ਨੂੰ ਖੱਜਲ ਕਰਨਾ ਚਾਹੁੰਦਾ ਸੀ। ਉਹਨਾਂ ਜਨਾਬ ਆਖਿਆ, ਉਹਨਾਂ ਕਿਹਾ ਅਸੀਂ ਇਹਨੂੰ ਰੱਖਣਾ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਇਹਨੂੰ ਤੁਸੀਂ ਪਾਕਿਸਤਾਨ ਡਿਪੋਰਟ ਕਰੋ। ਉਹਨਾਂ ਜਨਾਬ ਇਹੀ ਕੰਮ ਕੀਤਾ। ਉਹਨੂੰ ਜਨਾਬ ਪੇਪਰ ਖਤਮ ਕਰਕੇ ਤੇ ਉਹਨੂੰ ਪਾਕਿਸਤਾਨ ਡਿਪੋਰਟ ਕਰ ਦਿੱਤਾ। ਜਿਸਲੇ ਪਾਕਿਸਤਾਨ ਪਹੁੰਚਿਆ ਅੱਗੂ ਹੈ ਵੀ ਕੋਈ ਸ਼ੈ ਨਹੀਂ ਸੀ ਕੋਲ। ਉਹ ਬੜਾ ਪਰੇਸ਼ਾਨ ਹੋਇਆ, ਮੈਂ ਤੇ ਇੱਥੇ ਫੇਰ ਗੁਰਬਤ 'ਚ ਆ ਗਿਆ। ਟੇਰ ਪਿੱਛੂ ਜ਼ਨਾਨੀ ਨੂੰ ਕਾਲਾਂ ਕਰਦਾ ਰਿਹਾ। ਉਹਨੇ ਆਖਿਆ ਨਾ ਮੈਂ ਜਿਹੜਾ ਹੁਣ ਤੈਨੂੰ ਮਾਫ ਨਹੀਂ ਕਰ ਸਕਦੀ ਜਿਹੜੀ ਤੂੰ ਬੇਵਕੂਫੀ ਕੀਤੀ ਹੈ। ਖੈਰ ਕਰਦਿਆਂ ਕਰਾਂ ਜ਼ਨਾਨੀ ਨੇ ਤਲਾਕ ਤੇ ਕੋਨਾ ਲਈ। ਉਸ ਤੋਂ ਬਾਅਦ ਜਿਹੜਾ ਉਹ ਉੱਥੇ ਹੀ ਰਿਹਾ ਪਾਕਿਸਤਾਨ। ਕਾਫੀ ਅਰਸੇ ਬਾਅਦ ਫਿਰ ਜ਼ਨਾਨੀ ਨੇ ਤਲਾਕਨਾਮਾ ਭੇਜਿਆ ਤੇ ਉਹ ਜਨਾਬ ਉਹਦਾ ਕੰਮ ਜਿਹੜਾ ਉਹ ਖਤਮ ਹੋ ਗਿਆ। ਲੇਕਿਨ ਇਸ ਤਰ੍ਹਾਂ ਦੀਆਂ ਬੇਵਕੂਫੀਆਂ ਨਹੀਂ ਕਰਨੀਆਂ ਚਾਹੀਦੀਆਂ। ਜਿਹੜਾ ਤੁਹਾਡਾ ਸ਼ੌਕ ਸੀ ਉਹ ਉੱਥੇ ਹੀ ਰਹਿ ਜਾਂਦਾ ਤੇ ਉਹ ਬਿਹਤਰ ਆਇਆ। ਪਾਕਿਸਤਾਨ ਇੱਥੇ ਬਾਹਰ ਆ ਕੇ ਤੁਹਾਨੂੰ ਇਹ ਸ਼ੌਕ ਰੱਖਣ ਦੀ ਜ਼ਰੂਰਤ ਨਹੀਂ ਸੀ। ਬਾਕੀ ਇਹ ਕਰੇ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਦਾ ਤੇ ਸਭ ਕੁਝ ਹੈ। ਅੱਲਾ ਹਾਫਿਜ਼।